ਸੁਪਨਾ ਦੇਖਣ ਵਾਲਾ ਨਾ ਉਹਨੂੰ ਤੇਜਸਵ ਕਹਿੰਦੇ ਨੇ। ਉਹ ਤੇਜਸਵ ਜੀਵ ਦਾ ਅਭਿਮਾਨੀ ਜਿਹੜਾ ਅੰਦਰ ਸੁਪਨਾ ਦੇਖਣ ਵਾਲਾ, ਇਹ ਆਪਣਾ ਦੂਜਾ ਰੂਪ ਹੈ ਜਿਹੜਾ ਆਪਾਂ ਅੰਦਰ ਸੁਪਨਾ ਦੇਖਦੇ ਹਾਂ। ਚਲੋ ਇਹ ਗੱਲ ਤੇ ਦੋ ਮੰਨੀਆਂ, ਪਰ ਤੀਜੀ ਗੱਲ ਤੇਰੀ ਕਿਵੇਂ ਮੰਨ ਲਈਏ? ਕਹਿੰਦਾ ਅੱਜ ਮੈਂ ਐਸਾ ਸੁੱਤਾ ਮੈਨੂੰ ਸੁਪਨਾ ਹੀ ਨਹੀਂ ਆਇਆ। ਕਮਾਲ ਦੀ ਗੱਲ ਹੈ, ਇੰਨਾ ਤੂੰ ਡੂੰਘੀ ਨੀਂਦ ਵਿੱਚ ਸੁੱਤਾ ਤੈਨੂੰ ਸੁਪਨਾ ਨਹੀਂ ਆਇਆ, ਇਸ ਗੱਲ ਦਾ ਗਿਆਨ ਤੈਨੂੰ ਕਿਵੇਂ ਰਹਿ ਗਿਆ? ਇੰਨੀ ਗੂੜੀ ਨੀਂਦ ਵਿੱਚ ਜਦੋਂ ਤੇਰੇ ਕੋਲੋਂ ਸਾਰੀਆਂ ਚੀਜ਼ਾਂ ਚੁੱਕ ਕੇ ਲੈ ਜੇ ਕੋਈ, ਤੇਰਾ ਮੰਜਾ ਚੁੱਕ ਕੇ ਭਾਵੇਂ ਅਸੀਂ ਕਿਤੇ ਹੋਰ ਹੀ ਛੱਡ ਆਈਏ, ਇੰਨਾ ਗੂੜੀ ਨੀਂਦ ਵਿੱਚ ਸੁੱਤਾ ਫੇਰ ਵੀ ਤੈਨੂੰ ਗਿਆਨ ਹੈ ਕਿ ਮੈਨੂੰ ਸੁਪਨਾ ਨਹੀਂ ਆਇਆ। ਉਹ ਚੀਜ਼ ਕਿਹੜੀ ਹੈ ਜਿਹੜੀ ਤੈਨੂੰ ਦੱਸਦੀ ਕਿ ਮੈਨੂੰ ਸੁਪਨਾ ਨਹੀਂ ਆਇਆ? ਉਹ ਪ੍ਰਾਗਿਆ। ਉਹ ਪ੍ਰਾਗਿਆ ਹੈ ਜਿਹੜਾ ਜੀਵ ਦੀ ਸੁਖੋਪਤ ਅਵਸਥਾ ਦਾ ਅਭਿਮਾਨੀ ਹੈ। ਉਹਨੂੰ ਕਹਿੰਦੇ ਨੇ ਪ੍ਰਾਗਿਆ ਅਵਸਥਾ। ਇਹ ਤਿੰਨ ਉਪਾਧੀਆਂ ਵਿਅਸ਼ਟੀ ਮਾਇਆ ਕਰਕੇ ਜੀਵ ਦੇ ਵਿੱਚ ਪੈਂਦੀਆਂ ਨੇ, ਤੇ ਸਮਸ਼ਟੀ ਉਪਾਧੀ ਕਰਕੇ ਤਿੰਨ ਅਵਸਥਾ ਈਸ਼ਰ ਦੀਆਂ ਨੇ। ਈਸ਼ਰ ਵੈਸੇ ਜੀਵ ਹੀ ਹੈ, ਬਸ ਇਹ ਵੀ ਉਹ ਜਰਾ ਪਾਵਰਫੁਲ ਹੈ ਤਾਂ ਆਪਾਂ ਜਰਾ ਕਮਜ਼ੋਰ ਹਾਂ। ਉਹਦੇ ਵਿੱਚ ਕੋਈ ਪਾਪ ਪੁੰਨ ਨਹੀਂ, ਈਸ਼ਰ ਵਿੱਚ ਉਹ ਸ੍ਰਿਸ਼ਟੀ ਨੂੰ ਰਚਣ ਦੀ ਸ਼ਕਤੀ ਰੱਖਦਾ ਹੈ। ਹੁਣ ਈਸ਼ਰ ਵਿੱਚ ਵੀ ਐਵੇਂ ਹੀ ਉਪਾਧੀਆਂ ਹੁੰਦੀਆਂ ਨੇ। ਈਸ਼ਰ ਵਿੱਚ ਹੁੰਦਾ ਵਿਰਾਟ, ਹਿਰਨ ਗਰਭ, ਤੇ ਇਸੇ ਪ੍ਰਕਾਰ ਜਿਹੜਾ ਇਹਦੇ ਨਾਲ ਅਵਿਆਕ੍ਰਿਤ, ਇਹ ਤਿੰਨ ਨੇ, ਤਿੰਨ ਉਪਾਧੀਆਂ ਨੇ ਈਸ਼ਰ ਦੇ ਵਿੱਚ। ਵਿਰਾਟ ਉਪਾਧੀ ਜਿਹੜੀ ਹੈ ਉਹ ਮਾਇਆ ਦੀ ਸਮਸ਼ਟੀ ਉਪਾਧੀ ਕਰਕੇ ਸਮੁੱਚੇ ਰੂਪ ਵਿੱਚ ਪੂਰੇ ਬ੍ਰਹਿਮੰਡ ਵਿੱਚ ਜਿਹੜੀ ਜਾਗਰਤ ਅਵਸਥਾ ਦਾ ਅਭਿਮਾਨੀ ਹੈ, ਸਾਰੇ ਬ੍ਰਹਿਮੰਡ ਦੀ ਜਾਗਰਤ ਅਵਸਥਾ ਦਾ ਅਭਿਮਾਨੀ। ਆ ਜਿਹੜਾ ਤਾਰੇ ਨਜ਼ਰ ਆਉਂਦੇ ਨੇ ਆਪਾਂ ਨੂੰ, ਚੰਦਰਮਾ, ਪਹਾੜ, ਸੂਰਜ, ਬ੍ਰਹਿਮੰਡ, ਇਹਨਾਂ ਸਾਰੀਆਂ ਚੀਜ਼ਾਂ ਦਾ ਜਾਗਰਤ ਅਵਸਥਾ ਦਾ ਜਿਹੜਾ ਅਭਿਮਾਨੀ ਹੈ ਉਹਨੂੰ ਕਹਿੰਦੇ ਨੇ ਵਿਰਾਟ। ਉਹ ਵਿਰਾਟ ਸਰੂਪ ਹੈ। ਵਿਰਾਟ ਸਰੂਪ ਕਦੇ ਕਦੇ ਕਿਸੇ ਕਿਸੇ ਨੂੰ ਦਿਖਾਉਂਦੇ ਨੇ, ਜਿਵੇਂ ਅਰਜਨ ਨੇ ਕਿਹਾ ਸੀ ਕ੍ਰਿਸ਼ਨ ਜੀ ਨੂੰ, ਮੈਨੂੰ ਆਪਣਾ ਵਿਰਾਟ ਸਰੂਪ ਦਿਖਾਓ। ਫਿਰ ਕ੍ਰਿਸ਼ਨ ਜੀ ਨੇ ਬਹੁਤ ਵੱਡਾ ਰੂਪ ਦਿਖਾਇਆ ਸੀ ਆਪਣਾ। ਸੋ ਵਿਰਾਟ ਸਰੂਪ ਦੇ ਵਿੱਚ ਸੱਤ ਜਿਹੜੇ ਆਕਾਸ਼ ਨੇ ਇਹ ਤਾਂ ਸਿਰ ਮੰਨਿਆ ਜਾਂਦਾ ਈਸ਼ਰ ਦਾ, ਪਰਮੇਸ਼ਰ ਦਾ ਨਹੀਂ ਹੈ। ਸੱਤ ਪਤਾਲ ਜਿਹੜੇ ਪੈਰ ਮੰਨੇ ਜਾਂਦੇ ਨੇ। ਜਿੰਨੇ ਆਪਾਂ ਜੀਵ ਸਵਾਸ ਲੈਂਦੇ ਹਾਂ, ਜਿਹੜੀ ਪਾਉਣ ਹੈ ਉਹਦੀਆਂ ਨਾਸਿਕਾਂ ਮੰਨੀਆਂ ਜਾਂਦੀਆਂ ਨੇ। ਫਿਰ ਜਿਹੜਾ ਚੰਦ ਤੇ ਸੂਰਜ ਨੇ ਇਹ ਈਸ਼ਰ ਦੀਆਂ ਅੱਖਾਂ ਮੰਨੀਆਂ ਜਾਂਦੀਆਂ ਨੇ। ਉਹਦਾ ਹਿਰਦਾ ਜਿਹੜਾ ਵਿਸ਼ਨੂੰ ਮੰਨਿਆ ਜਾਂਦਾ। ਜਿਹੜੇ ਬ੍ਰਹਮਾ ਅਤੇ ਸ਼ਿਵ ਹੈ ਇਹ ਦੋ ਬਾਹਾਂ ਮੰਨੀਆਂ ਜਾਂਦੀਆਂ ਨੇ ਉਹਦੀਆਂ। ਇਹ ਜਿਹੜਾ ਆਪਣੇ ਸਰੀਰ ਦੇ ਉੱਤੇ ਨਾੜੀਆਂ ਕੰਮ ਕਰਦੀਆਂ ਨੇ, ਇਹ ਜਿੰਨੀਆਂ ਨਦੀਆਂ ਨੇ ਨਾ, ਨਦੀਆਂ ਧਰਤੀ ਤੇ, ਇਹ ਨਾੜੀਆਂ ਨੇ ਈਸ਼ਰ ਦੀਆਂ। ਜਿੰਨੇ ਆਪਣੇ ਹੱਡ ਨੇ, ਈਸ਼ਰ ਦੇ ਹੱਡ ਕਿਹੜੇ ਨੇ? ਜਿਹੜੇ ਪਹਾੜ ਨੇ। ਰੋਮ ਕਿਹੜੇ ਨੇ? ਈਸ਼ਰ ਦੇ, ਜਿਹੜੀ ਬਨਸਪਤੀ ਹੈ ਸਾਰੀ। ਅਤੇ ਜਿਹੜਾ ਉਹਦਾ ਅਗਲਾ ਹਿੱਸਾ ਉਹ ਹੈਗਾ ਪੁੰਨ, ਧਰਮ ਦਾ। ਧਰਮ ਰੂਪੀ, ਪੁੰਨ ਰੂਪੀ ਅਗਲਾ ਹਿੱਸਾ। ਪਿਛਲਾ ਰੂਪ ਜਿਹੜਾ ਉਹਦਾ ਪਾਪ, ਗੁਨਾਹ, ਇਹ ਪਿਛਲਾ ਹਿੱਸਾ, ਇਹ ਈਸ਼ਰ ਦਾ ਵਿਰਾਟ ਸਰੂਪ ਹੈ। ਫਿਰ ਆਉਂਦਾ ਦੂਜਾ, ਇਹਦੇ ਵਿੱਚ ਜਿਹੜਾ ਆਉਂਦਾ ਉਹ ਹੈਗਾ ਹਿਰਨ ਗਰਭ। ਮਾਇਆ ਦੀ ਸਮਸ਼ਟੀ ਉਪਾਧੀ ਕਰਕੇ, ਭਾਵ ਸੰਯੁਕਤ ਰੂਪ ਹੋਣ ਕਰਕੇ ਜਿਹੜਾ ਈਸ਼ਰ ਦੀ, ਪਹਿਲਾਂ ਤਾਂ ਜਾਗਰਤ ਅਵਸਥਾ ਸੀ ਨਾ ਵਿਰਾਟ ਵਿੱਚ, ਹੁਣ ਜਿਹੜਾ ਈਸ਼ਰ ਦੀ ਸੁਪਨ ਅਵਸਥਾ ਦਾ ਅਭਿਮਾਨੀ ਹੈ ਉਹ ਹਿਰਨ ਦਾ ਅਰਥ ਹੈ ਪ੍ਰਕਾਸ਼ ਕਰਨਾ। ਜਿਹੜਾ ਇਸ ਨੂੰ ਪ੍ਰਕਾਸ਼ ਕਰਦਾ ਹੈ ਈਸ਼ਰ ਦੀ ਸੁਪਨ ਅਵਸਥਾ ਨੂੰ, ਉਹਨੂੰ ਹਿਰਨ ਗਰਭ ਕਹਿੰਦੇ ਨੇ। ਇਹਦਾ ਤੱਤ ਬਾਅਦ ਚ ਨਿਕਲੂਗਾ, ਪਹਿਲਾਂ ਸੁਣਨ ਚ ਕੁਝ ਨਹੀਂ ਲੱਗਣਾ ਇਹਨੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਅਵਿਆਕ੍ਰਿਤ ਹੈ, ਅਵਿਆਕ੍ਰਿਤ ਬ੍ਰਹਮ ਦੀ, ਜਿਹੜਾ ਈਸ਼ਰ ਦੀ ਸੁਖੋਪਤ ਅਵਸਥਾ ਨੂੰ ਜਣਾਉਂਦਾ ਉਹਨੂੰ ਅਵਿਆਕ੍ਰਿਤ ਕਹਿੰਦੇ ਨੇ। ਉਹ ਈਸ਼ਰ ਦੀ ਸੁਖੋਪਤ ਅਵਸਥਾ ਦਾ ਅਭਿਮਾਨੀ ਹੈ। ਇਉਂ ਆਪਾਂ ਜੀਵ ਦੇ ਵਿੱਚ ਤਿੰਨ ਗੁਣ ਕਥਨ ਕਰ ਦਿੱਤੇ ਨੇ ਕਿ ਜਾਗਰਤ, ਸੁਪਨ, ਸੁਖੋਪਤ ਅਵਸਥਾ ਦਾ ਅਭਿਮਾਨੀ ਇਧਰ ਅੰਦਰ ਬੈਠਾ ਹੈ। ਤਿੰਨ ਭੇਦ ਜੀਵ ਦੇ ਕਹੇ ਨੇ, ਤਿੰਨ ਭੇਦ ਈਸ਼ਰ ਦੇ ਕਹੇ ਨੇ। ਕਹਿੰਦੇ ਲਿਆਓ ਬ੍ਰਹਮ ਵਿੱਚ ਇਹ ਭੇਦ ਦਿਖਾਓ, ਮਤਲਬ ਤੇ ਇੱਕ ਸਿੱਧ ਕਰਨਾ ਨਾ। ਕਹਿੰਦੇ ਲਿਆਓ ਬ੍ਰਹਮ ਦੇ ਵਿੱਚ ਦਿਖਾਓ। ਬ੍ਰਹਮ ਵਿੱਚ ਜਾਗਰਤ ਅਵਸਥਾ ਹੈ, ਸੁਪਨ ਅਵਸਥਾ ਹੈ, ਸੁਖੋਪਤ ਅਵਸਥਾ ਹੈ। ਬ੍ਰਹਮ ਦੇ ਵਿੱਚ ਨਾ ਜਾਗਰਤ ਹੈ, ਨਾ ਸੁਪਨ ਅਵਸਥਾ, ਨਾ ਸੁਖੋਪਤ ਅਵਸਥਾ। ਉਹ ਸਦਾ ਹੀ ਸਤਿਗੁਰ ਜਾਗਤਾ ਹੈ ਦਿਓ। ਕਿਉਂਕਿ ਜੇ ਉਹਨੂੰ ਇਹ ਕਹਿ ਦਈਏ ਨਾ ਜਾਗਰਤ ਵਿੱਚ ਹੈ, ਇਹਦਾ ਮਤਲਬ ਸੌਂਦਾ ਹੈ। ਇਸ ਕਰਕੇ ਅਸੀਂ ਉਹਨੂੰ ਇਉਂ ਨਹੀਂ ਕਹਿ ਸਕਦੇ।
ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਚੇਤਨ ਬ੍ਰਹਮ ਹੈ। ਮਹਾਰਾਜ ਕਹਿੰਦੇ ਜੀਵ ਦੇ ਵਿੱਚ ਇਹ ਜਿਹੜਾ ਆਪਾਂ ਦੇਖਿਆ ਨਾ ਤੇਜਸਵ ਆਦਿਕ ਅਵਸਥਾਵਾਂ ਜਿਹੜੀਆਂ ਉਹਦੀਆਂ ਹਨ, ਵਿਸ਼ਵ, ਤੇਜਸਵ ਤੇ ਪ੍ਰਾਗਯ ਅਵਸਥਾ ਅਤੇ ਬ੍ਰਹਮ ਦੇ ਵਿੱਚ ਵਿਰਾਟ, ਹਿਰਨ ਗਰਭ, ਅਭਿਆਕ੍ਰਿਤ, ਤਿੰਨ ਨੇ ਉਪਾਧੀਆਂ। ਬ੍ਰਹਮ ਦੇ ਵਿੱਚ ਇਹ ਭੇਦ ਤਾਂ ਨਹੀਂ ਹੈ, ਕਹਿੰਦੇ ਨਾ ਜੀ ਬ੍ਰਹਮ ਵਿੱਚ ਨਹੀਂ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ, ਉਹਨੂੰ ਕੀ ਕਹਿੰਦੇ ਨੇ, ਇੱਕ। ਹਲੇ ਇੱਕ ਦੀ ਆਪਾਂ ਵਿਆਖਿਆ ਕੀਤੀ ਸਿਰਫ, ਕਿਉਂਕਿ ਕੁਐਸਚਨ ਉਹਨਾਂ ਨੇ ਕਰਤਾ ਵੀ ਇੱਕ ਕਿਉਂ ਕਹਿੰਦੇ ਨੇ ਉਹਨੂੰ। ਇਸ ਕਰਕੇ ਹਲੇ ਤਾਂ ਆਪਾਂ ਪਦਛੇਦ ਹੀ ਕੀਤਾ ਇੱਕ ਦਾ। ਓੰਕਾਰ ਦਾ ਭਾਵ ਕੱਲ ਨੂੰ ਸਮਝਾਂਗੇ ਕਿ ਓੰਕਾਰ ਕਿਉਂ ਕਿਹਾ। 9 ਅਰਥ ਕਰਨਗੇ ਗੁਰੂ ਨਾਨਕ ਦੇਵ ਜੀ ਓੰਕਾਰ ਦੇ ਸਿੱਧਾਂ ਨੂੰ, ਤੇ 9 ਅਰਥਾਂ ਦੁਆਰਾ ਓੰਕਾਰ ਸਮਝਾਉਣਗੇ ਉਹਨਾਂ ਨੂੰ। 9 ਅਰਥਾਂ ਵਿੱਚੋਂ 8 ਸੁਣਾਂਗੇ, ਇੱਕ ਨਹੀਂ ਸੁਣਾਂਗੇ। ਇੱਕ ਬਹੁਤ ਹੀ ਔਖਾ ਹੈ, ਸੁਣਾ ਤਾਂ ਮੈਂ ਦਊਂਗਾ ਪਰ ਤੁਹਾਡੇ ਲਈ ਇਹ ਹੋਣਾ ਕਾਲਾ ਮਾਲਾ ਹੀ ਆ, ਫਿਰ ਸਮਝ ਤਾਂ ਪੈਂਦਾ ਨਹੀਂ ਕੁਛ ਉਹਦੇ 'ਚ। ਇਸ ਕਰਕੇ 8 ਅਰਥਾਂ ਨੂੰ ਹੀ ਸ਼ਰਵਣ ਕਰਾਂਗੇ ਆਪਾਂ ਓੰਕਾਰ ਦੇ, ਤਾਂ ਕਿ ਆਪਾਂ ਨੂੰ ਸਮਝ ਲੱਗੇ ਓੰਕਾਰ ਦਾ ਭਾਵ ਹੈ ਕੀ, ਇਹ ਕਿਉਂ ਐਡਾ ਵੱਡਾ ਮੂਲ ਮੰਤਰ ਮਿਲਿਆ ਆਪਾਂ ਨੂੰ, ਤੇ ਕਿਉਂ ਇਹਨੂੰ ਜਪਦੇ ਆ, ਤੇ ਕੀ ਕੰਮ ਕਰਦਾ ਹੈ। ਤੇ ਫਿਰ ਆਪਾਂ ਨੂੰ ਇਹਦੇ ਜਪਣ ਵਿੱਚ ਹੋਰ ਰੁਚੀ ਵਧੇਗੀ। ਨਾਲੇ ਇਸ ਗੱਲ ਦਾ ਧਿਆਨ ਰੱਖਣਾ ਕਿ ਇੱਕ ਕਿਉਂ ਕਿਹਾ ਹੈ। ਭਾਵੇਂ ਵੀ ਆਪਾਂ ਭੁੱਲ ਜਾਵਾਂਗੇ ਛੇਤੀ, ਪਰ ਨਾਲ ਨਾਲ ਆਪਾਂ ਰਿਕਾਰਡਿੰਗ ਵੀ ਕਰਦੇ ਰਹਿੰਦੇ ਆ, ਇਸ ਕਰਕੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਇੱਕ ਕਿਉਂ ਕਿਹਾ। ਫਿਰ ਤਾਈਓ ਆਪਾਂ ਜਦੋਂ ਜਪਜੀ ਸਾਹਿਬ ਪੜਾਂਗੇ, ਕਦੋਂ ਵੀ ਆਪਣੇ ਸਾਹਮਣੇ ਆਏਗਾ ਨਾ ਇੱਕ ਓੰਕਾਰ, ਤਾਂ ਸੋਚ ਸਮਝ ਕੇ ਬੋਲਾਂਗੇ ਆਪਾਂ ਵੀ ਇੱਕ ਓੰਕਾਰ ਛੇਤੀ ਨਾਲ ਕਹਿ ਕੇ ਅੱਗੇ ਲੰਘ ਨਹੀਂ ਜਾਣਾ। ਇਹ ਤਾਂ ਬੜੀ ਵੱਡੀ ਗੱਲ ਹੈ, ਕਿਤੇ ਛੋਟੀ ਜੀ ਗੱਲ ਨਹੀਂ ਹੈ। ਵਾਹਿਗੁਰੂ 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 ਵਾਹਿਗੁਰੂ। ਇੱਕ ਇਸ ਤਰ੍ਹਾਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਬਾਣੀ ਅੰਮ੍ਰਿਤ ਸੰਚਾਰ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ੁਰੂ ਦੇ ਵਿੱਚ ਜਪਜੀ ਸਾਹਿਬ ਦਾ ਪਾਠ। ਹਰ ਕਾਰਜ ਦੇ ਵਿੱਚ ਸ਼ੁਰੂ ਵਿੱਚ ਜਪਜੀ ਸਾਹਿਬ ਹੈ। ਦੇਗ ਬਣਾਉਣੀ ਆ ਘਰੇ ਤਾਂ ਵੀ ਜਪਜੀ ਸਾਹਿਬ ਦਾ ਪਾਠ ਪਹਿਲਾਂ ਕਰੀਦਾ। ਅੰਮ੍ਰਿਤ ਸੰਚਾਰ ਵਿੱਚ ਵੀ ਬੱਚਾ ਜਨਮ ਲਵੇ ਤਾਂ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਉਹਨੂੰ ਅੰਮ੍ਰਿਤ ਛਕਾਇਆ ਜਾਂਦਾ। ਸੋ ਇਸੇ ਪ੍ਰਕਾਰ ਜਿੰਨਿਆਂ ਸਰੂਪਾਂ ਨੇ ਸਰੀਰ ਅਲੋਪ ਕੀਤੇ, 10 ਪਾਤਸ਼ਾਹੀਆਂ ਨੇ, ਬ੍ਰਹਮ ਗਿਆਨੀਆਂ ਨੇ, ਪਹਿਲਾਂ ਜਪਜੀ ਸਾਹਿਬ ਪੜ੍ਹਿਆ ਹੈ ਉਹਨਾਂ ਨੇ, ਫਿਰ ਆਪਣੇ ਸਰੀਰ ਨੂੰ ਅਲੋਪ ਕਰਦੇ ਨੇ। ਇਸ ਕਰਕੇ ਜਪਜੀ ਸਾਹਿਬ ਦੀ ਮਹਾਨਤਾ ਬਹੁਤ ਵੱਡੀ ਹੈ। ਜਪਜੀ ਸਾਹਿਬ ਦਾ ਪਾਠ ਜਿਹੜਾ ਹੈ ਬ੍ਰਹਮ ਗਿਆਨ ਦੀ ਦਾਤ ਦਿੰਦਾ ਹੈ। ਜਪਜੀ ਸਾਹਿਬ ਦਾ ਪਾਠ ਸਾਰੇ ਗੁਨਾਹ ਪਾਪਾਂ ਨੂੰ ਮਿਟਣ 'ਚ ਸਮਰੱਥ ਹੈ। ਸੋ ਸਤਿਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਆਪਾਂ ਜਪਜੀ ਸਾਹਿਬ ਦੇ ਅਰਥਾਂ ਦੀ ਤੁੱਛ ਜੀ ਬੁੱਧੀ ਅਨੁਸਾਰ ਜਿੰਨੀ ਕੁ ਜੀਵ ਦੀ ਬੁੱਧੀ ਹੁੰਦੀ ਬਸ ਉਨੀ ਕੁ ਵਿਚਾਰ ਕਰ ਰਹੇ। ਬੁੱਧੀ ਅਨੁਸਾਰ ਇੱਕ ਵਿਚਾਰ ਇਹਦੀ ਹੁੰਦੀ ਆ ਆਤਮਿਕ ਤੌਰ ਤੇ,
ਉਹ ਕੋਈ ਆਤਮਿਕ ਗਿਆਨੀ ਹੀ ਕਰ ਸਕਦਾ, ਕਿਉਂਕਿ ਆਤਮਿਕ ਤੌਰ ਤੇ ਇਹਦੀ ਵਿਚਾਰ ਹੋਰ ਕਿਸਮ ਦੀ ਹੈ, ਉਹ ਸਾਡੀ ਸਮਝ ਤੋਂ ਪਰੇ। ਜਿੰਨੀ ਕੁ ਵਾਹਿਗੁਰੂ ਨੇ ਬੁੱਧੀ ਬਖਸ਼ੀ ਹੈ ਉਹਦੇ ਮੁਤਾਬਕ ਆਪਾਂ ਨੇ ਇੱਕ ਪਰਮੇਸ਼ਰ ਦੇ ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਹੀ ਕਿਉਂ ਕਿਹਾ, ਇਸ ਗੱਲ ਦਾ ਵਿਚਾਰ ਆਪਾਂ ਕਰ ਚੁੱਕੇ ਹਾਂ। ਓੰਕਾਰ, ਇਹ ਅੱਖਰ ਬੋਲਦੇ ਹੀ ਸ੍ਰਿਸ਼ਟੀ ਦੀ ਰਚਨਾ ਹੋ ਗਈ। ਦੇਖੋ ਕਿੰਨੀ ਛੇਤੀ ਇਸ ਅੱਖਰ ਨੇ ਰਚਨਾ ਕਰ ਦਿੱਤੀ। ਓੰਕਾਰ ਕਹਿੰਦਿਆਂ ਹੀ ਖੰਡ ਬ੍ਰਹਿਮੰਡ ਪੁਰੀਆਂ ਸਭ ਕੁਝ ਬਣ ਗਿਆ, ਇੱਕਦਮ ਸ੍ਰਿਸ਼ਟੀ ਦੀ ਰਚਨਾ ਹੋ ਗਈ। ਇਹ ਪਰਮੇਸ਼ਰ ਜੀ ਨੇ ਇੰਨਾ ਅੱਖਰ ਕਹਿ ਕੇ ਆਪਣੇ ਆਪ ਨੂੰ ਨਿਰਗੁਣ ਤੋਂ ਸਰਗੁਣ ਵਿੱਚ ਤਬਦੀਲ ਕਰ ਲਿਆ। ਨਿਰਗੁਣ ਸਰੂਪ ਵਿੱਚੋਂ ਇੱਕ ਜੋਤ ਪ੍ਰਕਾਸ਼ਮਾਨ ਕਰਕੇ ਉਹਦੇ ਵਿੱਚ ਮਾਇਆ, ਸਤੋ ਗੁਣ ਸ਼ੁੱਧ ਤੇ ਆਪਣੀ ਜੋਤ ਤਿੰਨਾਂ ਨੂੰ ਪਾ ਕੇ ਈਸ਼ਰ ਬਣ ਗਿਆ। ਤੇ ਈਸ਼ਰ ਬਣ ਕੇ ਉਹਨੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। ਮਹਾਰਾਜ 10ਵੇਂ ਪਾਤਸ਼ਾਹ ਫਰਮਾਉਂਦੇ ਨੇ, ਪ੍ਰਿਥਮੈ ਓੰਕਾਰ ਤਿਨ ਕਹਾ। ਪ੍ਰਿਥਮੈ ਪਹਿਲਾਂ ਅਕਾਲ ਪੁਰਖ ਨੇ ਓੰਕਾਰ ਸ਼ਬਦ ਦੀ ਵਰਤੋਂ ਕੀਤੀ। ਸੋ ਧੁਨ ਪੂਰ ਜਗਤ ਮੋ ਰਹਾ, ਉਹੀ ਧੁਨੀ ਜਗਤ ਵਿੱਚ ਵਿਆਪਕ ਹੈ ਸਾਰੇ। ਓੰਕਾਰ ਦੇ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਓੰਕਾਰ ਆਦ ਕਥਨੀ ਅਨਾਦ, ਖਲ ਖੰਡ ਖਿਆਲ ਗੁਰ ਭਰ ਅਕਾਲ। ਚਿਤ ਚਰਨ ਨਾਮ ਅਨ ਛਿਜ ਗਾਤ, ਆ ਜਿਜਨਾ ਬਾਤ। ਇਸ ਕਰਕੇ ਅਕਾਲ ਪੁਰਖ ਜੋ ਹੈ, ਓੰਕਾਰ ਆਦ ਰੂਪ ਜੋ ਹੈ, ਉਹਨੇ ਸ੍ਰਿਸ਼ਟੀ ਦੀ ਰਚਨਾ ਓੰਕਾਰ ਅੱਖਰ ਤੋਂ ਹੀ ਕੀਤੀ ਹੈ। ਜਿਹੜਾ ਅੱਖਰ ਆਪਾਂ ਇਹ ਵਰਤਦੇ ਹਾਂ ਉਹਦੇ ਵਾਸਤੇ ਸੱਚਾ ਪਾਤਸ਼ਾਹ ਜਦੋਂ ਨਿਰਗੁਣ ਵਿੱਚ ਇਕੱਲਾ ਹੀ ਸੀ ਨਾ, ਉਦੋਂ ਨਹੀਂ ਕਿਸੇ ਨੇ ਉਹਨੂੰ ਸੱਚਾ ਪਾਤਸ਼ਾਹ ਕਿਹਾ, ਕਿਉਂਕਿ ਉਦੋਂ ਇਕੱਲਾ ਹੀ ਸੀ। ਉਹ ਸੱਚਾ ਪਾਤਸ਼ਾਹ ਉਦੋਂ ਕਹਿਲਾਇਆ ਜਦੋਂ ਉਹ ਮਾਇਆ ਸਬਲ ਹੋ ਗਿਆ। ਜਦੋਂ ਮਾਇਆ ਦੇ ਸੰਯੁਕਤ ਹੁੰਦਾ ਤਾਂ ਉਹ ਪਾਤਸ਼ਾਹ ਕਹਾਉਂਦਾ ਨਾਲ, ਸੱਚਾ ਪਾਤਸ਼ਾਹ, ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ ਕਹਿਲਾਉਂਦੇ ਨੇ ਉਦੋਂ ਆਪ। ਇਹ ਓੰਕਾਰ ਅੱਖਰ ਮਹਾਰਾਜ 10ਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ। ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ, ਨਰਮਦਾ ਨਦੀ ਦੇ ਕਿਨਾਰੇ ਉੱਤੇ ਮਾਂਡਲਾ ਸ਼ਹਿਰ ਪੈਂਦਾ ਮੱਧ ਪ੍ਰਦੇਸ਼ ਦੇ ਵਿੱਚ। ਜੱਬਲਪੁਰ ਤੋਂ ਲਿੰਕ ਰੋਡ ਜਿਹੜਾ 300 ਕਿਲੋਮੀਟਰ ਦਾ ਭਲਾਈ ਸਟੀਲ ਪਲਾਂਟ ਨੂੰ ਜਾਂਦਾ, ਉਹਦੇ ਰਸਤੇ 'ਚ ਇਹ ਨਰਮਦਾ ਦੇ ਕਿਨਾਰੇ ਮਾਂਡਲਾ ਸ਼ਹਿਰ ਆਉਂਦਾ। ਉੱਥੇ ਅੰਦਰ ਸ਼ਹਿਰ ਦੇ ਵਿੱਚ ਪੁਰਾਣੀ ਜੀ ਇੱਕ ਛੋਟੀ ਜੀ ਜਿਵੇਂ ਮੰਦਿਰ ਹੁੰਦਾ ਹੈ ਬਿਲਡਿੰਗ, ਉਹ ਪੁਰਾਣੀ ਜੀ ਢੱਠੀ ਪਈ ਆ। ਉਸ ਬਿਲਡਿੰਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਬੈਠ ਕੇ ਉਸ ਮੰਦਿਰ ਵਿੱਚ ਪਾਂਡੇ ਨੂੰ ਉਪਦੇਸ਼ ਦਿੱਤਾ ਦੱਖਣੀ ਓੰਕਾਰ। ਉਹ ਜਿਹੜਾ ਦੱਖਣੀ ਓੰਕਾਰ ਬਾਣੀ ਹੈ, ਦੱਖਣੀ ਤਾਂ ਕਹਿੰਦੇ ਦੱਖਣ ਦਿਸ਼ਾ ਵਿੱਚ ਹੋ ਸਕਦੀ ਆ, ਉਹ ਦੱਖਣੀ ਬੋਲੀ ਵਿੱਚ ਹੋ ਸਕਦੀ ਆ। ਉਹ ਬਾਣੀ ਦਾ ਨਾਮ ਓੰਕਾਰ ਹੈ। ਵੈਸੇ ਬਾਣੀ ਦਾ ਸਰਲੇਖ ਹੀ ਓੰਕਾਰ ਹੈ, ਪਰ ਵੈਸੇ ਉਹਦੀ ਪਛਾਣ ਵਾਸਤੇ ਅਸੀਂ ਉਹਨੂੰ ਦੱਖਣੀ ਓੰਕਾਰ ਕਹਿੰਦੇ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਖਣੀ ਓੰਕਾਰ ਵਿੱਚ ਸ਼ੁਰੂ ਵਿੱਚ ਕਿਹਾ ਹੈ, ਇਹ ਬਚਨ ਕਰਦੇ ਨੇ, ਸੁਣ ਪਾਂਡੇ ਰਹਾਉ ਦੀਆਂ ਤੁਕਾਂ ਨੇ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਪੰਡਤ ਜੀ ਇਹ ਜੰਜਾਲ 'ਚ ਕੀ ਪਾਈ ਜਾਂਦੇ ਹੋ ਬੱਚਿਆਂ ਨੂੰ, ਆ ਲਿਖ ਲਿਖ ਕੇ ਫੱਟੀਆਂ ਪੋਚੀ ਜਾਂਦੇ ਹੋ। ਕਹਿੰਦੇ ਕੀ ਲਿਖਾਂ? ਕਹਿੰਦੇ ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਾਮ ਦਾ ਨਾਮ ਲਿਖ। ਉਹ ਬ੍ਰਹਮਾ ਦਾ ਜਿਹੜਾ ਮਾਲਕ ਹੈ, ਉਹ ਵਿਸ਼ਨੂੰ ਦਾ ਜੋ ਮਾਲਕ ਹੈ, ਉਹ ਸ਼ਿਵ ਜੀ ਦਾ ਜੋ ਮਾਲਕ ਹੈ। ਕਹਿੰਦੇ ਮਹਾਰਾਜ ਉਹਨਾਂ ਦਾ ਮਾਲਕ ਕੌਣ? ਕਹਿੰਦੇ ਓੰਕਾਰ ਬ੍ਰਹਮਾ ਉਤਪਤ। ਓੰਕਾਰ ਨੇ ਬ੍ਰਹਮਾ ਨੂੰ ਪੈਦਾ ਕੀਤਾ ਹੈ।
ब्रह्मा ने फिर जन्म लिया ओंकार तो सिद्धा ही। ये किसी मां तो पैदा नहीं होया, ब्रह्मा तो डायरैक्ट ही है बस। ओंकार कहनी ब्रह्मा ने जन्म लिया। ओंकार किया जिन चित्त, फिर उसे ब्रह्मा ने ओंकार ਨੂੰ अपने चित्त च बसाया, भगती की। 10 ਲੱਖ ਵਰਾ ਪਹਿਲਾਂ ब्रह्मा ने देवी की उपासना की। जो देवी प्रगट हुई की इच्छा, कहते सृष्टि के रचन की शक्ति दो मैनू। देवी कह लगी मेरे को नहीं ये शक्ति। कहते फिर की करा? कहते तू ब्रह्म की उपासना कर, ओंकार की उपासना कर, परमेश्वर की उपासना कर। गुरु ग्रंथ साहिब च बचन आउंदा है, प्रभ घालिया किसै का एक तिल ना गवाई। वाहिगुरु वाहिगुरु 5 वारी कह लो, 2 बार कह लो, थोड़ा खाली नहीं जाता, वह फल मिलेगा। पर इन्हें 10 ਲੱਖ वरा देवी की तपस्या की, इन्हू की मिलिया? कुछ नहीं मिलिया। हाँ प्रगट हो गई, पर तेन मैं दे नहीं सकती ये शक्ति, क्योंकि मेरे हाथ बस कुछ नहीं है। तो महाराज कहने फिर इधर उधर भटकन की की लोड़ है। जदों फिर 10 ਲੱਖ वरा परमेश्वर की तपस्या की, ओंकार का जाप किया, इन्हें निरंकार का जाप किया, उन्होंने हिरदे च बसाया। तदों परमेश्वर ने पूछा तेनू की इच्छा है? कह लगे मैनू सृष्टि के रचन की शक्ति बख्शो। तां जाके ब्रह्म ने इनू शक्ति दी। तो महाराज कहने ओंकार ब्रह्म उत्पत, ओंकार किया जिन चित, ओंकार सैल जुग भये, ओंकार वेद निर्मय। फिर ब्रह्मा ने परमात्मा की भगती करके शक्ति लैके ये वेद रचना कीते ने। सैल जुग भये, सैल जे पहाड़ ने, पत्थर ने, धरतियां ने, जुग ने, ये बने ओंकार की किरपा नाल। सो इस करके महाराज कहते ने ओंकार वेद निर्मय। ओंकार करके ही वेदां की उत्पत्ति हुई है। जे ओंकार ना हुंदा तां उहदी उत्पत्ति नहीं सी होनी। ओ नम अखर सुनो विचार, कहते जिहड़ा ओंकार अखर है इहनूं विचार विचार के सुनो, जपो। ओ नम अखर त्रिभवन सार, तिन्ना भवनां दा सार रूप है ओंकार। तिन्ना भवनां नूं बनाउण वाला है ओंकार। इस करके ओंकार ब्रह्मा उत्पत, ओंकार किया जिन चित, ओंकार सैल युग पए, ओंकार वेद निर्मय। तो ये नाल सतगुरु महाराज गुरु नानक देव जी कहते हैं ओंकार अखर करके वो वाहिगुरु माया सबल कहाया, निर्गुण तो सरगुण रूप बनाया। उस अकाल पुरख वाहिगुरु। मुसलमान ये कहते हैं अकाल पुरख ने वाहिगुरु अल्लाह ताला ने पहला कुन, ये 2 अखरां की वरतों की। कुन कुन कहने उन्होंने सृष्टि रची, और महाराज कहने नहीं ओंकार पहला परमेश्वर ने उच्चारण किया है। तो ओंकार का जिहड़ा भाव है, संकेती अर्थ है जिहड़ा इहदा, जिहड़ा अर्थ सानू सतगुरु महाराज ने बख्शिया है। ओंकार का भाव ही है जो सबना का प्रकाशक है। हरेक चीज का प्रकाशक है ओंकार। ये संकेती अर्थ है इहदा जो सतगुरु ने सानू बख्शिया। बाकी दियां चीज़ां दा चलो वखरियां मन्नियां ने, कई बार सुनिया भी नहीं आपां ने। तारे चंद्रमा सूरज बिजली बुद्धि अग्नि, इन्हां दा प्रकाशक, इन्हां नूं प्रकाश देण वाला है। इन्हां कोले अपने आप विच प्रकाश नहीं, प्रकाश वाहिगुरु दिंदा है। जिवें अपनी बुद्धि विच इस वक्त प्रकाश है, तो आपां किरिया कर रहे हैं, सुनते देखते बोलते मैं करते हैं। जे वाहिगुरु अपनी जोत खिंच लवे तां इत्थे कुछ नहीं रहना।
सब बंद हो जाना है। अखां बंद, कंन बंद, नक बंद, सब चीज़ां बंद हो जाणगियां। ये सिर्फ ओंकार दे प्रकाश करके ही अपना शरीर चल रहा। ਜਦੋਂ ਓंकार ਦੀ ਕਿਰਪਾ ਨਾਲ ਇਹ ਸਰੀਰ ਚੱਲ ਰਿਹਾ ਤਾਂ ਮਹਾਰਾਜ ਕਹਿੰਦੇ ਫਿਰ ਓंकार ਦਾ ਜਾਪ ਕਿਉਂ ਭੁਲਾਤਾ ਤੁਸੀਂ, ਫਿਰ ਉਹ ਤੁਹਾਨੂੰ ਹੋਰ ਵੀ ਪ੍ਰਕਾਸ਼ ਦੇਊਗਾ, ਬਹੁਤ ਕਿਰਪਾ ਕਰੇਗਾ ਫਿਰ ਓंकार।